Shall I start? Yes, ma'am. Okay. ਅਸੀਂ ਕਰ ਰਹੇ ਸੀ ਇਹ ਵਾਲਾ ਪਾਰਟ। ਜਦੋਂ ਵੀ ਤੁਹਾਨੂੰ ਕਿਤੇ ਇਸ ਤਰ੍ਹਾਂ ਦਾ ਕੁਝ ਲਿਖਿਆ ਹੈ ਵੀ ਇੱਕ ਸਾਈਡ ਵੇਰੀਏਬਲ ਹੈ ਦੈਨ ਉਹਦੇ ਨਾਲ ਗ੍ਰੇਟਰ ਦੈਨ ਇਕੁਅਲ ਟੂ ਦਾ ਸਿੰਬਲ ਲੱਗਾ ਹੋਇਆ ਹੈ, ਮਤਲਬ ਦੋ ਆਪਰੇਟਰਸ ਇਕੱਠੇ ਲੱਗੇ ਹੋਏ ਆ, ਤੁਸੀਂ ਉਹਨੂੰ ਸਭ ਤੋਂ ਪਹਿਲਾਂ ਆਪਣੇ ਦਿਮਾਗ ਦੇ ਵਿੱਚ ਕਿਵੇਂ ਇਮੇਜ ਬਣਾ ਦੇਣੀ ਹੈ ਕਿ ਜਿਹੜਾ ਪਹਿਲਾ ਸਿੰਬਲ ਹੈ ਉਹ ਅਲੱਗ ਹੈ, ਉਹਨਾਂ ਦੋਨਾਂ ਦੇ ਵਿੱਚ ਲੱਗਾ ਹੋਇਆ, ਪਲੱਸ ਜਿਹੜਾ ਦੂਸਰਾ ਸਿੰਬਲ ਹੈ ਨਾ ਇਕੁਅਲ ਟੂ ਦਾ, ਇਹ ਹਮੇਸ਼ਾ ਡਬਲ ਇਕੁਅਲ ਟੂ ਦੀ ਨੋਟ ਕਰਦਾ ਹੈ ਜਦੋਂ ਕਿਸੇ ਹੋਰ ਦੇ ਨਾਲ ਯੂਜ਼ ਹੋ ਜਾਏ। ਠੀਕ ਹੈ, ਸੋ ਤੁਸੀਂ ਇਹਨੂੰ ਇਹਦੇ ਨਾਲ ਰੀਪਲੇਸ ਕਰ ਦੇਣਾ। ਮਿਡਲ ਦੇ ਵਿੱਚ ਇਹਨਾਂ ਦੋਨਾਂ ਦੇ ਔਰ ਆਪਰੇਟਰ ਲਗਾਣਾ ਐਂਡ ਇਹ ਸਾਰਾ ਪਾਰਟ ਕਿਹਦੇ ਵਿੱਚ ਹੈ, ਇਫ ਦੇ ਅੰਦਰ। ਸੋ ਔਰ ਆਪਰੇਟਰ ਕੀ ਕਹਿੰਦਾ ਹੈ, ਚਾਹੇ ਇਹਦਾ ਲੈਫਟ ਸਾਈਡ ਵਾਲਾ ਟਰੂ ਹੋ ਜਾਏ ਚਾਹੇ ਇਹਦਾ ਰਾਈਟ ਸਾਈਡ ਵਾਲਾ ਟਰੂ ਹੋ ਜਾਏ। ਔਰ ਦਾ ਕੀ ਵਰਕਿੰਗ ਸੀ, ਅਗਰ ਟਰੂਥ ਟੇਬਲ ਦੀ ਗੱਲ ਕਰੀਏ ਤਾਂ ਔਰ ਦੇ ਕੇਸ ਦੇ ਵਿੱਚ 0 0 ਦੇ ਲਈ ਆਨਸਰ ਸਾਡੇ ਕੋਲ 0 ਆਉਂਦਾ ਸੀ, ਸਿਰਫ 0 1 ਦੇ ਲਈ ਵੀ 1 ਆਉਂਦਾ ਸੀ, 1 0 ਦੇ ਲਈ ਵੀ 1 ਆਉਂਦਾ ਸੀ ਐਂਡ 1 1 ਦੇ ਲਈ ਵੀ 1 ਆਉਂਦਾ ਸੀ। ਮਤਲਬ ਉਹ ਕਹਿੰਦਾ ਸੀ ਦੋਨਾਂ ਦੇ ਵਿੱਚੋਂ, ਦੋਨੋਂ ਇਨਪੁਟਸ ਦੇ ਵਿੱਚੋਂ ਕੋਈ ਇੱਕ ਵੀ ਅਗਰ 1 ਹੋਗੀ ਤਾਂ ਵੀ ਮੈਂ 1 ਆਨਸਰ ਦਵਾਂਗਾ, ਇਹੀ ਕਹਿੰਦਾ ਸੀ। ਔਰ ਇਹੀ ਕਹਿੰਦਾ ਸੀ ਜੀ। Yes, ਇਹ ma'am. ਤਾਂ ਯਾਦ ਹੈ ਟਰੂਥ ਟੇਬਲ? ਹਾਂਜੀ Yes. ਓਕੇ। ਦੈਨ ਇੱਥੇ ਵੀ ਸੇਮ, ਅਗਰ ਇੱਥੇ 1 ਹੋ ਜਾਏ ਮਤਲਬ ਇੱਥੇ ਟਰੂ ਹੋ ਜਾਏ ਜਾਂ ਇੱਥੇ ਟਰੂ ਹੋ ਜਾਏ, ਔਰ ਕਹੇਗਾ ਕਿ ਮੈਂ ਸਾਰੀ ਚੀਜ਼ ਨੂੰ ਹੀ ਟਰੂ ਬਣਾ ਦਾਂਗਾ। ਠੀਕ ਹੈ, ਸੋ ਪਹਿਲਾਂ ਤੇ ਅਗਰ ਜੇ ਮੈਂ ਇੱਥੇ ਦੇਖਾਂ ਕਿ a ਗ੍ਰੇਟਰ ਦੈਨ b ਹੈ ਜਾਂ ਨਹੀਂ, ਸਾਡੇ ਕੋਲ a ਦੀ ਵੈਲਿਊ ਕਿੰਨੀ ਸੀਗੀ, ਸਾਡੇ ਕੋਲ a ਦੇ ਵਿੱਚ ਸੀਗਾ ਜੀ 1 ਐਂਡ b ਦੇ ਵਿੱਚ ਸੀਗਾ 2। ਸੋ ਅਗਰ ਮੈਂ ਚੈੱਕ ਕਰਾਂ ਕਿ 1 ਇਜ਼ ਗ੍ਰੇਟਰ ਦੈਨ 2, ਇੱਥੇ ਅਗੇਨ ਮੇਰੇ ਕੋਲ ਫਾਲਸ ਬਚਦਾ। ਐਂਡ ਅਗਰ ਮੈਂ ਇੱਥੇ ਚੈੱਕ ਕਰਾਂ 1 ਇਜ਼ ਇਕੁਅਲ ਟੂ 2, ਅਗੇਨ ਇਹ ਵੀ ਫਾਲਸ ਹੈ ਮੇਰੇ ਕੋਲ। ਸੋ ਇੱਥੇ ਵੀ ਫਾਲਸ ਹੈ, ਇੱਥੇ ਵੀ ਫਾਲਸ ਹੈ। ਸੋ ਫਾਲਸ ਫਾਲਸ ਦੇ ਲਈ ਮਤਲਬ 0 0 ਦੇ ਲਈ ਔਰ ਦੀ ਆਉਟਪੁੱਟ ਹੁੰਦੀ ਸੀ 0। ਸੋ ਪੂਰੀ ਇਫ ਦੇ ਅੰਦਰ ਬਚਿਆ ਸਾਡੇ ਕੋਲ ਫਾਲਸ। ਠੀਕ ਹੈ, ਦੈਟਸ ਵਾਈ ਇਹ ਰਿਟਰਨ ਕੀ ਕਰੇਗਾ ਸਾਨੂੰ, ਫਾਲਸ। ਅਗਰ ਹੁਣ ਅਸੀਂ ਇਸੇ ਚੀਜ਼ ਨੂੰ ਦੂਸਰੀ ਕੈਟਾਗਰੀ ਚ ਚੈੱਕ ਕਰੀਏ, ਠੀਕ ਹੈ, ਦੈਨ ਅਗੇਨ ਮੈਨੂੰ ਦੋ ਆਪਰੇਟਰਸ ਇਕੱਠੇ ਦਿਖੇ ਇੱਥੇ ਲੈਸ ਦੈਨ ਇਕੁਅਲ ਟੂ ਵਾਲੇ। ਮੈਂ ਇਹਨਾਂ ਨੂੰ ਦੋ ਪਾਰਟਸ ਚ ਡਿਵਾਈਡ ਕਰ ਲਿਆ ਆਪਣੇ ਮਾਈਂਡ ਦੇ ਵਿੱਚ ਕਿ ਇੱਕ ਤਾਂ ਇਹਨਾਂ ਦੋਨਾਂ ਦੇ ਵਿੱਚ ਲੈਸ ਦੈਨ ਦਾ ਸਾਈਨ ਹੋਏਗਾ, ਦੂਸਰਾ ਇਹਨਾਂ ਦੋਨਾਂ ਦੇ ਵਿੱਚ ਡਬਲ ਇਕੁਅਲ ਟੂ ਦਾ ਸਾਈਨ ਹੋਏਗਾ, ਮਿਡਲ ਦੇ ਵਿੱਚ ਇਹਨਾਂ ਦੇ ਔਰ ਹੋਏਗਾ। ਮਤਲਬ ਇਹ ਸਾਰੀ ਚੀਜ਼ ਇਸ ਚੀਜ਼ ਦੇ ਨਾਲ ਰਿਪਲੇਸ ਹੋ ਜਾਂਦੀ ਹੈ ਕੰਪਾਈਲਰ ਦੇ ਅੰਦਰ। ਠੀਕ ਹੈ, ਸੋ ਹੁਣ ਮੈਂ ਕੀ ਕਰਾਂਗੀ, a ਦੀ ਜਗ੍ਹਾ ਤੇ ਮੈਂ ਅਗੇਨ 1 ਪੁੱਟ ਕਰ ਦੇਣਾ ਹੈ, b ਦੀ ਜਗ੍ਹਾ 2 ਪੁੱਟ ਕਰ ਦੇਣਾ ਹੈ। 1 ਇਜ਼ ਲੈਸ ਦੈਨ 2, ਇਹ ਗੱਲ ਟਰੂ ਹੈ? Yes. यस और नॉट? पक्का यस? हाँ जी, यस और नो, ट्रू और फॉल्स? True, ma'am. ठीक है, सो ਇੱਥੇ ਮੇਰੇ ਕੋਲ ਬਚਿਆ ਟਰੂ। ਠੀਕ ਹੈ, ਹੁਣ ਪਹਿਲਾ ਟਰੂ ਦੇਖ ਕੇ ਮੈਨੂੰ ਸਮਝ ਆਣਾ ਚਾਹੀਦਾ ਹੈ ਕਿ ਔਰ ਆਪਰੇਟਰ ਹੈ, ਇੱਕ ਟਰੂ ਆ ਗਿਆ ਕੋਈ ਵੀ, ਆਨਸਰ ਤਾਂ 1 ਆਣਾ ਹੀ ਹੈ। ਠੀਕ ਹੈ, ਸਟਿਲ ਅਗਰ ਤੁਸੀਂ ਚਾਹੋ ਤਾਂ ਚੈੱਕ ਕਰ ਸਕਦੇ ਹੋ ਇੱਥੇ ਵੀ ਕਿ 1 ਇਜ਼ ਇਕੁਅਲ ਟੂ 2 ਹੈ ਜਾਂ ਨਹੀਂ, ਇਹ ਤਾਂ ਫਾਲਸ ਹੀ ਹੈ। ਠੀਕ ਹੈ, ਇੱਥੇ ਫਾਲਸ ਹੈ, ਇੱਥੇ ਟਰੂ ਹੈ, ਮਤਲਬ ਬਣ ਕੇ ਗਿਆ 1 ਐਂਡ 0। 1 0 ਦੇ ਲਈ OR ਗੇਟ ਦੀ ਆਉਟਪੁੱਟ 1 ਆਂਦੀ ਹੈ, ਸੋ ਓਵਰਆਲ ਮੇਰਾ ਆਨਸਰ ਇੱਥੇ ਬਣ ਗਿਆ ਟਰੂ। ਇਫ ਦੇ ਵਿੱਚ ਬਚਿਆ ਟਰੂ, ਦੈਟਸ ਵਾਈ ਇੱਥੇ ਵੀ ਮੇਰੇ ਕੋਲ ਟਰੂ ਆ ਜਾਏਗਾ। ਠੀਕ ਹੈ, क्लियर या डाउट? Clear, madam. Okay, anyone else? अभीत, कुणाल, मोहित, मुदित, भूमि? Yes, ma'am. क्लियर? Yes, ma'am. Clear. डाउट है तो दोबारा एक्सप्लेन कर देंगे।
ओके नो मैम हो गया। ओके नेक्स्ट साडा ऑपरेटर है ਲੈਸ ਦੈਨ ਗ੍ਰੇਟਰ ਦੈਨ ਦਾ ਸਾਈਨ ਇਕੱਠਾ। ਇਹ ਵੀ ਸੇਮ ਹੈ ਜੋ ਸਾਡਾ ਨੋਟ ਇਕੁਅਲ ਟੂ ਦਾ ਕੰਮ ਕਰਦਾ ਸੀਗਾ ਉਹ ਵਾਲਾ, ਠੀਕ ਹੈ। ਥੋੜਾ ਜਿਹਾ ਡਿਫਰੈਂਸ ਹੈ, ਉਹ ਕੀ ਡਿਫਰੈਂਸ ਹੈ ਉਹ ਦੱਸਦੇ। ਠੀਕ ਹੈ, ਹੁਣ ਇਹ ਕੀ ਕਰਦਾ ਹੈ, ਇਹ ਆਪਰੇਟਰ ਚੈੱਕ ਤਾਂ ਇਹੀ ਕਰੇਗਾ ਕਿ ਲੈਫਟ ਸਾਈਡ ਵਾਲੀ ਵੈਲਿਊ ਰਾਈਟ ਸਾਈਡ ਦੇ ਇਕੁਅਲ ਹੈ ਕਿ ਨਹੀਂ, ਬਟ ਡਿਫਰੈਂਸ ਕੀ ਆਏਗਾ, ਇਹ ਚੈੱਕ ਕਰੇਗਾ ਕਿ ਲੈਫਟ ਸਾਈਡ ਵਾਲੇ ਵੇਰੀਏਬਲ ਦਾ ਜੋ ਡਾਟਾ ਟਾਈਪ ਹੈ ਉਹ ਰਾਈਟ ਸਾਈਡ ਵਾਲੇ ਵੇਰੀਏਬਲ ਦੀ ਡਾਟਾ ਟਾਈਪ ਦੇ ਨਾਲ ਇਕੁਅਲ ਹੈ ਕਿ ਨਹੀਂ। ਮਤਲਬ ਇਹ ਜੋ ਹੈ ਇਹ ਡਾਟਾ ਟਾਈਪਸ ਨੂੰ ਚੈੱਕ ਕਰਦਾ ਹੈ, ਡਾਟਾ ਟਾਈਪਸ ਦੇ ਵਿੱਚ ਕੰਪੈਰੀਜ਼ਨ ਕਰਦਾ ਹੈ, ਜਿਹੜਾ ਇਹ ਵਾਲਾ ਨੋਟ ਇਕੁਅਲ ਟੂ ਦਾ ਆਪਰੇਟਰ ਹੈ। ਠੀਕ ਹੈ, ਜਦੋਂ ਅਸੀਂ ਡਾਟਾ ਟਾਈਪਸ ਚੈੱਕ ਕਰਨੀ ਹੈ ਕਿ ਲੈਫਟ ਸਾਈਡ ਵਾਲੇ ਵੇਰੀਏਬਲ ਦੀ ਡਾਟਾ ਟਾਈਪ ਰਾਈਟ ਸਾਈਡ ਵਾਲੇ ਵੇਰੀਏਬਲ ਦੀ ਡਾਟਾ ਟਾਈਪ ਦੇ ਨਾਲ ਇਕੁਅਲ ਹੈ ਜਾਂ ਨਹੀਂ ਹੈ, ਉਸ ਕੇਸ ਦੇ ਵਿੱਚ ਮੈਂ ਲੈਸ ਦੈਨ ਗ੍ਰੇਟਰ ਦੈਨ ਕੰਬਾਈਨ ਦੀ ਜਦੋਂ ਯੂਜ਼ ਕਰਦੇ ਆ, ਇੱਕ ਤਰ੍ਹਾਂ ਦਾ ਟੈਗ ਬਣ ਗਿਆ ਜਿਹਦੇ ਵਿੱਚ ਕੁਝ ਨਹੀਂ ਹੈ, ਕੋਈ ਨੇਮ ਨਹੀਂ ਹੈ। ਠੀਕ ਹੈ, तो इस टाइप ਦਾ ਆਪਰੇਟਰ ਜਦੋਂ ਵੀ ਯੂਜ਼ ਕਰੋਗੇ ਉਹ ਚੈੱਕ ਕਰੇਗਾ ਕਿ ਡਾਟਾ ਟਾਈਪ ਜਿਹੜੀ ਲੈਫਟ ਸਾਈਡ ਵਾਲੇ ਦੀ ਹੈ ਉਹ ਇਕੁਅਲ ਹੈ ਤਾਂ ਨਹੀਂ ਰਾਈਟ ਸਾਈਡ ਵਾਲੇ ਦੇ ਨਾਲ। ਮਤਲਬ ਅਗਰ ਹੁਣ ਇਸ ਕੇਸ 'ਚ ਦੇਖਾਂ ਤਾਂ ਇਹਦੀ ਡਾਟਾ ਟਾਈਪ ਕੀ ਹੈਗੀ ਹੈ ਜੀ, ਇੰਟੀਜਰ। ਇਹਦੀ ਡਾਟਾ ਟਾਈਪ ਕੀ ਹੈਗੀ ਹੈ ਜੀ, ਇਹਦੀ ਵੀ ਇੰਟੀਜਰ। ਇਹ ਰਿਟਰਨ 1 ਉਦੋਂ ਕਰੇਗਾ ਜਦੋਂ ਲੈਫਟ ਸਾਈਡ ਵਾਲੀ ਰਾਈਟ ਸਾਈਡ ਦੇ ਇਕੁਅਲ ਨਹੀਂ ਹੋਏਗੀ। ਕਿਉਂ? ਕਿਉਂਕਿ ਇਹਦਾ ਨਾਮ ਹੈ ਨੋਟ ਇਕੁਅਲ। ਠੀਕ ਹੈ, ਸੋ ਇਹਦਾ ਆंसर ਕੀ ਆਏਗਾ, अगर मैं कहा कि इंटीजर इक्वल नहीं है इंटीजर से, तो कहोगे गलत कह रही हूं मैं। ठीक है, सो इट विल बी फॉल्स। ठीक है, लाइक मैं कह दूं अभीत का नाम अभीत नहीं है, ये गल तो गलत है। ठीक है, दैट्स व्हाई इट विल बी फॉल्स। क्लियर है ये वाला फर्क? सिर्फ इतना इन्हें चेक तो ही करना कि नॉट इक्वल टू, बट फर्क की है उन्हें डाटा टाइप्स चेक करनी है, वेरिएबल दी वैल्यूज नहीं देखनी, वेरिएबल दी डाटा टाइप्स चेक करनी। क्लियर? Yes. अगर एक क्लियर है तो नेक्स्ट समझ आना है। हाँ जी, Yes, ma'am. एक बार रिपीट कर दो मैडम। ओके। इस ऑपरेटर ਦੇ ਵਿੱਚ ਅਸੀਂ ਲੈਫਟ ਸਾਈਡ ਵਾਲੇ ਵੇਰੀਏਬਲ ਦੀ ਲੈਫਟ ਸਾਈਡ ਤੇ ਸਾਡੇ ਕੀ ਹੈ ਸੀਗਾ $a, ਇਹਦੀ ਡਾਟਾ ਟਾਈਪ ਚੈੱਕ ਕਰਨੀ ਹੈ ਰਾਈਟ ਸਾਈਡ ਵਾਲੇ ਆਪਰੇਟਰ ਦੇ ਨਾਲ। ਅਗਰ ਤਾਂ ਲੈਫਟ ਸਾਈਡ ਵਾਲੇ ਦੀ ਡਾਟਾ ਟਾਈਪ ਰਾਈਟ ਸਾਈਡ ਵਾਲੇ ਦੇ ਇਕੁਅਲ ਆ ਜਾਂਦੀ ਹੈ ਤਾਂ ਇਹ ਫਾਲਸ ਰਿਟਰਨ ਕਰੇਗਾ। ਕਿਉਂ? ਕਿਉਂਕਿ ਇਹਦਾ ਨਾਮ ਹੈ ਇਜ਼ ਨੋਟ ਇਕੁਅਲ ਟੂ 2। ਦੋ ਵਾਰੀ 2 ਲਗਾਉਣ ਦਾ ਮਤਲਬ ਹੈ ਇਹ ਡਾਟਾ ਟਾਈਪ ਤੇ ਕੰਪੈਰੀਜ਼ਨ ਕਰ ਰਿਹਾ। ਠੀਕ ਹੈ, ਓਕੇ। ਵੈਰੀ ਸਿੰਪਲ ਵੇ ਚ ਅਗਰ ਗੱਲ ਕਰੀਏ ਤਾਂ ਅਸੀਂ ਇਦਾਂ ਕਹਿ ਸਕਦੇ ਹਾਂ ਇਹਦਾ ਕੰਮ ਹੈ ਨੋਟ ਇਕੁਅਲ ਟੂ ਦੇ ਇਕੁਅਲ। ਜੋ ਕੰਮ ਸਾਡਾ ਨੋਟ ਇਕੁਅਲ ਟੂ ਆਪਰੇਟਰ ਕਰਦਾ ਸੀ, ਸਿਮਿਲਰ ਟੂ ਨੋਟ ਇਕੁਅਲ ਟੂ। ਠੀਕ ਹੈ, बट करना की है इन्हें यूजिंग डाटा टाइप्स ओनली। सिंपल डेफिनेशन ये बन सकती है, नॉट इक्वल टू की तरह ही वर्क करेगा, आंसर नॉट इक्वल टू की तरह ही देगा, बट डाटा टाइप्स का ही कंपैरिजन करेगा, वैल्यू का नहीं करेगा। अगर नॉट इक्वल टू की गल करा, मैं इत्थे 1 इज नॉट इक्वल टू 2 किया सी, तेरा मतलब सीगा फॉल्स। ठीक है, बट अगर मैं कह दवा कि इंटीजर इज नॉट इक्वल टू इंटीजर, ये गल ट्रू है। आवाज नहीं आई सुखराज, कुछ बोल के चले गए हो। हम रिपीट कर दो।
Okay. I have A is equal to 1. I have B is equal to hello. ठीक है जी। ਹੁਣ ਮੈਂ ਤੁਹਾਨੂੰ ਪੁੱਛ ਰਹੀ ਹਾਂ ਜੀ A ਦੀ ਡਾਟਾ ਟਾਈਪ ਕੀ ਹੈ? ਕੀ ਡਾਟਾ ਟਾਈਪ ਹੈ ਜੀ ਇਹਦੀ? Integer. ਇੰਟੀਜਰ। इंटीजर है मैम। ਠੀਕ ਹੈ ਜੀ। ਹੁਣ ਮੈਂ ਪੁੱਛਾਂ ਅਗਰ B ਦੀ ਡਾਟਾ ਟਾਈਪ ਕੀ ਹੈ ਤਾਂ ਕੀ ਕਹੋਗੇ? स्ट्रिंग हो सकती है मैम। स्ट्रिंग ही है, हो सकती है नहीं वही है। ठीक है। सो ਹੁਣ ਮੈਂ ਤੁਹਾਨੂੰ ਅਗਰ ਕਹਾਂ ਕਿ A ਦੀ ਐਂਡ B ਦੀ ਡਾਟਾ ਟਾਈਪ ਸੇਮ ਹੈ, ਇਹ ਗੱਲ ਟਰੂ ਹੈ? No, नहीं ma'am. मैडम नहीं है फॉल्स ना, है। ਫਾਲਸ ਹੈ। ਅਗਰ ਮੈਂ ਪੁੱਛ ਰਹੀ ਹਾਂ ਕਿ ਇਹਨਾਂ ਦੋਨਾਂ ਦੀ ਡਾਟਾ ਟਾਈਪ ਸੇਮ ਹੈ ਤੇ ਇਹਦਾ ਮਤਲਬ ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਕਿ A ਤਿੰਨ ਵਾਰ ਇਕੁਅਲ ਟੂ ਲਗਾ ਦਿਓ ਤਾਂ ਇਹਦਾ ਮਤਲਬ ਉਹ ਹੈ ਜੋ ਮੈਂ ਤੁਹਾਨੂੰ ਹੁਣੇ ਪੁੱਛਿਆ। ਇਹਦਾ ਮਤਲਬ ਹੈ ਮੈਂ ਪੁੱਛ ਰਹੀ ਹਾਂ ਕਿ ਡਾਟਾ ਟਾਈਪ of A is equal to data type of B। ठीक है, ਇਹਦਾ ਮਤਲਬ ਇਹ ਹੈ। ਇੱਥੇ ਤੱਕ ਕਲੀਅਰ ਹੈ? Yes, Yes, ma'am. मैडम। ਅਗਰ ਮੈਂ ਕਹਿ ਰਹੀ ਹਾਂ ਹੁਣ ਡਾਟਾ ਟਾਈਪ A ਦੀ ਇਕੁਅਲ ਨਹੀਂ ਹੈ B ਦੇ, ਹੁਣ ਮੈਂ ਸਹੀ ਕਹਿ ਰਹੀ ਹਾਂ ਜਾਂ ਗਲਤ? ट्रू मैम। सही कह True, रही हूँ? ma'am. ठीक है। यस यस ट्रू है। इज लग गया समझ। नॉट इक्वल टू डाटा टाइप ऑफ B। ठीक है। Yes, ma'am. ਹੁਣ ਕਿਸੇ ਨੂੰ ਕੋਈ ਡਾਊਟ? नो मैडम। क्लियर है अभी तो? यस मैम। ओके। तो ਇਹ ਸੀ ਸਾਡੇ ਸਾਰੇ ਕੰਪੈਰੀਜ਼ਨ ਆਪਰੇਟਰਸ। ਇਹਨਾਂ ਨੂੰ ਥੋੜਾ ਜਿਹਾ ਧਿਆਨ ਨਾਲ ਕਰ ਲਿਓ। ਠੀਕ ਹੈ, ਕਈ ਵਾਰੀ ਕੋਡਿੰਗ ਦੇ ਵਿੱਚ ਪ੍ਰੋਬਲਮ ਆ ਜਾਂਦੀ। ਚਾਹੋ ਤਾਂ ਇਸ ਚੀਜ਼ ਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਕਿਉਂਕਿ ਇਹ ਪੀਪੀਟੀ ਦੇ ਵਿੱਚ ਮੈਂ ਨਹੀਂ ਐਸ ਸੱਚ ਲਿਖਿਆ। ओके, आगे चलिए। Yes, ma'am. ओके, लॉजिकल ऑपरेटर्स। लॉजिकल ऑपरेटर्स ਕਿਹੜੇ ਹੁੰਦੇ ਆ? ਐਂਡ ਆਪਰੇਟਰ, ਔਰ ਆਪਰੇਟਰ, ਨੋਟ ਆਪਰੇਟਰ। ਠੀਕ ਹੈ, ਬਟ ਇਹਦੇ ਨਾਲ ਇੱਕ AND ਵਾਲਾ ਐਂਡ ਵੀ ਹੁੰਦਾ ਹੈ, OR ਵਾਲਾ ਔਰ ਵੀ ਹੁੰਦਾ ਹੈ ਐਂਡ XOR ਵਾਲਾ ਵੀ ਹੁੰਦਾ ਹੈ। ਹੁਣ ਇਹਨਾਂ 'ਚ ਕੀ ਫਰਕ ਹੈ? ਅਗਰ ਤਾਂ ਮੈਂ ਡਬਲ ਐਂਡ ਮਤਲਬ ਡਬਲ ਐम्परसेंड ਵਾਲਾ ਐਂਡ ਯੂਜ਼ ਕਰਦੀ ਆ ਤਾਂ ਉਹਦੀ ਪ੍ਰੀਸੀਡੈਂਸ ਮਤਲਬ ਉਹਦੀ ਪ੍ਰਾਇੋਰਿਟੀ ਜ਼ਿਆਦਾ ਹੈ ਦੈਨ ਅਦਰ ਆਪਰੇਟਰਸ। ਪ੍ਰਾਇੋਰਿਟੀ ਦਾ ਮਤਲਬ ਕੀ ਹੈ? ਅਗਰ ਨੋਰਮਲ ਆਪਰੇਟਰਸ ਦੀ ਗੱਲ ਕਰੀਏ ਤਾਂ ਅਸੀਂ ਪ੍ਰਾਇੋਰਿਟੀ ਦੇ ਲਈ ਅਸੀਂ ਬੋਰਡ ਮਾਸ ਰੂਲ ਪੜ੍ਹਦੇ ਹੁੰਦੇ ਸੀ, ਯਾਦ ਹੈ ਉਸ ਰੂਲ ਦੇ ਬਾਰੇ? ਬ੍ਰੈਕਟ ਆਫ ਡਿਵਾਈਡ ਮਲਟੀਪਲਾਈ यस ਐਡੀਸ਼ਨ ਐਂਡ मैडम। ਸਬਟ੍ਰੈਕਸ਼ਨ। ਠੀਕ ਹੈ, ਇਹ ਤਾਂ ਸੀਗਾ ਸਾਡਾ ਐਰਿਥਮੈਟਿਕ ਆਪਰੇਟਰਸ ਦੇ ਲਈ। ਠੀਕ ਹੈ, ਇਹ ਐਰਿਥਮੈਟਿਕ ਦੇ ਲਈ ਸੀਗਾ। ਹੁਣ ਅਗਰ ਮੈਂ ਲੌਜੀਕਲ ਆਪਰੇਟਰਸ ਦੀ ਗੱਲ ਕਰਾਂ ਤਾਂ ਲੌਜੀਕਲ ਆਪਰੇਟਰਸ ਦੇ ਵਿੱਚ ਵੀ ਪ੍ਰਾਇੋਰਿਟੀ ਹੁੰਦੀ ਹੈ। ਸਭ ਤੋਂ ਪਹਿਲੀ ਪ੍ਰਾਇੋਰਿਟੀ ਹੁੰਦੀ ਹੈ ਐਂਡ ਦੀ। ਠੀਕ ਹੈ, ਸੋ ਅਗਰ ਮੈਂ ਇਸ ਤਰ੍ਹਾਂ ਦਾ ਐਂਡ ਲਗਾਇਆ ਹੈ ਜਾਂ ਫਿਰ AND ਇਸ ਤਰ੍ਹਾਂ ਲਗਾਇਆ, ਇਹਨਾਂ ਦੋਨਾਂ ਦੇ ਵਿੱਚੋਂ ਪਹਿਲੀ ਪ੍ਰਾਇੋਰਿਟੀ ਇਹਦੀ ਹੋਏਗੀ। ਹੈ ਦੋਨਾਂ ਦਾ ਕੰਮ ਸੇਮ ਐਂਡ ਆਪਰੇਟਰ ਦਾ, ਬਟ ਪ੍ਰਾਇੋਰਿਟੀ ਇਹਦੀ ਹੀ ਹੋਏਗੀ। ਠੀਕ ਹੈ, ਸਿਮਿਲਰਲੀ ਆਫ ਦਾ ਕੰਮ ਕੀ ਹੁੰਦਾ? ਮਲਟੀਪਲਾਈ ਕਰਨ ਦਾ, ਬਟ ਆਫ ਦੀ ਪ੍ਰਾਇੋਰਿਟੀ ਜ਼ਿਆਦਾ ਹੈ ਇਸ ਮਲਟੀਪਲਾਈ ਨਾਲੋਂ। ਉਸੇ ਤਰੀਕੇ ਨਾਲ ਇੱਥੇ ਇਹ ਵਾਲਾ ਐਂਡ ਹੈ, ਉਹਦੀ ਪ੍ਰਾਇੋਰਿਟੀ ਜ਼ਿਆਦਾ ਹੈ ਇਸ ਐਂਡ ਨਾਲ। ਸੈਕਿੰਡ ਨੰਬਰ ਤੇ ਆਂਦਾ ਸਾਡਾ ਔਰ ਆਪਰੇਟਰ। ਸੋ ਔਰ ਦੇ ਕੇਸ ਦੇ ਵਿੱਚ ਵੀ ਇਸ ਵਾਲੇ ਔਰ ਦੀ ਪ੍ਰਾਇੋਰਿਟੀ ਜ਼ਿਆਦਾ ਹੈ ਇਸ ਵਾਲੇ ਔਰ ਨਾਲੋਂ। ਮਤਲਬ ਪ੍ਰਾਇੋਰਿਟੀ ਦੇ ਵਾਈਜ਼ ਲਿਖ ਰਹੀ ਹਾਂ। ਨੰਬਰ 1 ਪ੍ਰਾਇੋਰਿਟੀ ਇਜ਼ ਦਿਸ, नंबर 2 is this, and number 3 is not operator, that is not। इससे हम डायरेक्टली नोट भी लिख सकते हैं। ठीक है, एंड देन फोर्थ वन इज एक्सोर ऑपरेटर, इसकी लास्ट प्रायोरिटी होती है। जो भी डिजिटल में आप लोगों ने इनके काम किए थे वही सारे काम करने के लिए ये सारे ऑपरेटर्स यूज होते हैं। क्लियर? मैम XOR का क्या बताया आपने?
एक्सोर का वही काम जो एक्सोर गेट करता था, 0 0 के लिए ट्रू देगा, 0 1 के लिए फॉल्स देगा, 1 0 के लिए भी फॉल्स देगा, एंड 1 1 के लिए ट्रू देगा। मतलब दोनों सेम होंगी वैल्यूज तभी ट्रू देगा, अगर एक भी वैल्यू डिफरेंट होगी आपस में तो फॉल्स दे देगा, दोनों वैल्यूज सेम होंगी तो ट्रू दे देगा। ये वाला काम होता है एक्सोर गेट का, और वही काम यहाँ पे होगा हमारे प्रोग्राम में। मैम हाँ जी, अगर हम सारे ना एक्सप्लेन करके जैसे 3 जैसे एंड और नोट कर दे, बाकी रहने दे मैम, तो हो सकता है ना मैम? पेपर में हाँ जी। अगर तो 10 मार्क्स का क्वेश्चन आएगा तो आपको कम से कम इनके बारे में बताना तो पड़ेगा ही ना। तो उस केस में आप ऐसा कर सकते हो कि ये टेबल जो बनाया है ये बना सकते हो साथ में सभी के, ठीक है। और जिसका आपको इजी लगे उसका आप प्रोग्राम की हेल्प से एक एक या दो के प्रोग्राम, जैसे मैं आपको साथ में अभी बता रही हूँ एग्जांपल्स की हेल्प से, वैसे आप बता सकते हो एक या दो ऑपरेटर्स के। बट ये टेबल्स आपको याद करने पड़ेंगे, मतलब आपको बताना पड़ेगा कि लॉजिकल ऑपरेटर कौन कौन से हैं, एटलीस्ट ये बताओ, ठीक है। और कैसे यहाँ पे यूज होंगे, मतलब कैसे दो चीजों के बीच में लगेंगे वो बताना पड़ेगा, ठीक है। लास्ट टाइम आया था 10 मार्क्स में ये पेपर फाइनल में, और बच्चों ने टेबल्स लिखे थे बट प्रोग्राम नहीं बनाए थे किसी ने भी, और उसकी वजह से काफी बच्चों के मार्क्स में उन्होंने सफर किया है। जिन्होंने तो प्रोग्राम्स बनाए थे उनके तो अच्छे मार्क्स आ गए थे, 2 3 जने थे, बाकियों के कम आए थे थोड़े से, ठीक है। डेट्स वाई मैं चाहती हूँ कि आप अगर एक या दो के प्रोग्राम बना लो, ज्यादा नहीं, कम से कम एरिथमेटिक ऑपरेटर्स को तो आप प्रोग्राम की हेल्प से बता सकते हो कि प्लस माइनस डिवाइड मल्टीप्लाई कैसे करते हैं, राइट। Yes, ma'am. वैसे ही आप स्ट्रिंग को भी इजीली बता सकते हो। उसमें क्या होता है, स्ट्रिंग्स में हमारे पास दो ऑपरेटर्स हैं, एक तो है डॉट और दूसरा है डॉट इक्वल टू। काम वही है, डॉट मतलब कनकेटिनेट करना, तो दो कनकेटिनेट करना मतलब जोड़ना, प्लस नहीं करना, जोड़ना, ठीक है। तो वैसे ही यहाँ पे यू हैव, लेट्स इमेजिन मैसेजेस में 5 स्टोर है इस वेरिएबल में, तो यू हैव डॉट देन वेरिएबल जो भी इसकी वैल्यू होगी वो चली गई यहाँ पे, देन अगेन डॉट देन मैसेजेस, तो वो यहाँ पे आउटपुट में आ गया यू हैव 5 मैसेजेस। दैट इज द वर्क ऑफ डॉट ऑपरेटर, जिसे आप बोलते हो कनकैटिनेशन ऑपरेटर। अब डॉट इक्वल टू का मतलब है लेफ्ट साइड वाले में राइट साइड वाला कनकैटिनेट कर दो, वही जो हम लोगों ने ऊपर पढ़ा था, यहाँ पे ये वाला डॉट इक्वल टू पढ़ा था ना, जे डॉट इक्वल टू के, तो वो जो काम था वही सेम काम यहाँ पे है। फर्क क्या है, यहाँ पे इस वेरिएबल में हम लोगों ने एक स्ट्रिंग स्टोर किया है और इस वेरिएबल में भी एक स्ट्रिंग स्टोर की है, ये यहाँ पे लिखा हुआ है, ठीक है। तो आउटपुट में आपको इन दोनों का जुड़ा हुआ कॉम्बिनेशन शो करेगा, ठीक है। Yes, ma'am. कोई डाउट यहाँ तक, किसी को कोई भी डाउट किसी भी ऑपरेटर में, प्लीज आस्क मी। No, madam. ओके, All clear. ठीक है जी। तो अब अगर फाइनल्स में क्वेश्चन आए आपको तो अटेम्प्ट कर सकते हो 10 मार्क्स के लिए इसे। कोई भी अगर आपको ऑपरेटर में डाउट है एक बार देख लो, चेक कर लो कौन कौन से हैं, दोबारा से देख लो फाइनल, ठीक है। ऑपरेटर्स की अगर टाइप्स पूछी जाए नंबर ऑफ वैल्यूज के बेस पे, तो 3 टाइप्स हैं, फर्स्ट है यूनरी, सेकंड है बाइनरी, और तीसरी है हमारी टर्नरी। यूनरी का मतलब एक वैल्यू लेनी है, बाइनरी का मतलब 2 लेनी है, और टर्नरी का मतलब है 3 वैल्यूज लेनी है हम लोगों ने, डेट्स ऑल, ठीक है। यूनरी में हमारे लॉजिकल भी आते हैं जिनको हम एंड सॉरी नोट आता है अकेला, एंड और नहीं आते, अकेला नोट आता है लॉजिकल वाला, और इंक्रीमेंट डिक्रीमेंट वाले सारे आते हैं यहाँ पे, ठीक है।
अगर बाइनरी की बात करें, जितने भी ऑपरेटर्स हमने पढ़े हैं सारे बाइनरी हैं, एक्सेप्ट दिस ऑपरेटर दैट इज क्वेश्चन मार्क कोलन, जिसे हम कंडीशनल ऑपरेटर भी बोलते हैं, टर्नरी ऑपरेटर भी बोलते हैं। ये 3 वैल्यूज लेता है। देन हमारे आगे उनके वर्किंग के बेसिस पे ऑपरेटर्स के टाइप्स। तो पहली हमने पढ़ी अरिथमेटिक, और उसी के बीच में हमने इंक्रीमेंट डिक्रीमेंट ऑपरेटर्स भी पढ़ लिए। 2 टाइप्स होगी। थर्ड है हमारी थर्ड असाइनमेंट ऑपरेटर, फोर्थ इज कंपैरिजन। असाइनमेंट में हमारे आते हैं सारे इक्वल टू वाले, बाकी अरिथमेटिक में जो हम मैथ्स में काम करते थे वो सारे। उसके बाद कंपैरिजन में हमारे कंपेयर करने वाले, इक्वल है नहीं है, ग्रेटर है लेस है, या दोनों ही है, या आइडेंटिकल भी नहीं है। आइडेंटिकल मतलब डेटा टाइप्स भी सेम है या नहीं है, वो चेक करना, ये सारा कंपैरिजन में आ गया। देन हमारे लॉजिकल में आते हैं एंड और नोट एंड एक्सोर गेट्स। देन हमारे आगे स्ट्रिंग ऑपरेटर्स, जिसमें हमारा काम है कनकैटिनेट करने का, बट 2 मेथड से कर सकते हो। फर्स्ट मेथड है डायरेक्टली डॉट ऑपरेटर यूज करो बिना इक्वल टू के तो भी चलेगा। अगर आप डॉट इक्वल टू मतलब कंबाइन करके यूज करना चाहते हो किसी ऑपरेटर को, देन इट विल वर्क एज दिस। एंड दैट्स ऑल विद द ऑपरेटर्स। क्लियर विद इट? कोई डाउट है? नो मैडम। ओके जी, ठीक है। तो हम नेक्स्ट टाइम अब हमारी कंडीशनल स्टेटमेंट्स पे मूव करेंगे, जिसे हम डिसीजन मेकिंग स्टेटमेंट्स भी बोलते हैं, कंट्रोल स्टेटमेंट्स का पार्ट। ठीक है, थोड़ा सा इनके बारे में पढ़ के आना, हम नेक्स्ट लेक्चर में इसके बारे में पढ़ेंगे। और जिनकी कल लैब है, प्लीज मेक श्योर आप सभी अपनी फाइल्स लेके आओ। 3 प्रैक्टिकल्स आप लोगों के हो चुके हैं, और वो 3 के 3 प्रैक्टिकल्स आपके कंप्लीट होने चाहिए फाइल्स में, अलोंग विद द प्रिंट आउट्स। क्लियर? ओके, ठीक है जी। अच्छा, अटेंडेंस सेंड कर देना अभी चैट बॉक्स में। इस मीटिंग में भी अटेंडेंस सेंड कर दो चैट बॉक्स में, देन यू कैन लीव द मीटिंग। थैंक यू।